ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਸਵਾਗਤ ਤੇ ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਨੂੰ ਆਧਾਰ ਬਣਾ ਕੇ ਗੱਲਬਾਤ ਕੀਤੀ ਜਾਣੀ ਹੈ, ਆਓ ਸੰਖੇਪ ਦੇ ਵਿੱਚ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂ। ਲੋਕ ਕਵੀ ਯੁੱਗ ਕਵੀ ਸੰਤ ਰਾਮ ਉਦਾਸੀ ਦੀ ਅੱਜ ਬਰਸੀ ਹੈ, ਉਹਨਾਂ ਤੇ ਗੱਲਬਾਤ ਕਰਾਂਗੇ। ਈਡੀ ਸਾਹਮਣੇ ਨਹੀਂ ਪੇਸ਼ ਹੋਇਆ ਇੱਕ ਵਾਰ ਫਿਰ ਰਣਿੰਦਰ। ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਪਤੀ ਪਤਨੀ ਦੀ ਸੜਕ ਹਾਦਸੇ ਕਾਰਨ ਮੌਤ। ਇੱਕ ਵਾਰ ਫਿਰ ਉਸੇ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ। ਮਾਲ ਗੱਡੀਆਂ ਦੀ ਆਵਾਜਾਈ ਲਈ ਪੰਜਾਬ ਦੀਆਂ ਸਾਰੀਆਂ ਰੇਲਵੇ ਲਾਈਨਾਂ ਤੋਂ ਚੁੱਕ ਲੈ ਗਏ ਧਰਨੇ। ਜੋ ਬਾਈਡਨ ਜਿੱਤ ਦੇ ਹੋਰ ਨੇੜੇ। ਪੈਨਸਿਲਵੇਨੀਆ ਕਨਵੈਨਸ਼ਨ ਸੈਂਟਰ ਤੇ ਹਮਲੇ ਦੀ ਸਾਜ਼ਿਸ਼ ਅਤੇ ਸਾਬਕਾ ਪੁਲਿਸ ਮੁਖੀ ਦਿਨਕਰ ਗੁਪਤਾ ਸੰਬੰਧੀ ਹਾਈ ਕੋਰਟ ਨੇ ਸੁਣਾਇਆ ਵੱਡਾ ਫੈਸਲਾ। ਇਹਨਾਂ ਸਾਰੀਆਂ ਖਬਰਾਂ ਦੇ ਨਾਲ ਨਾਲ ਕੁਝ ਹੋਰ ਵੀ ਖਬਰਾਂ ਨੇ ਜਿਨ੍ਹਾਂ ਉੱਤੇ ਸੰਖੇਪ ਦੇ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗਾ। ਆਓ ਸਭ ਤੋਂ ਪਹਿਲਾਂ ਇੱਕ ਖਬਰ ਦੇ ਵਿਸਥਾਰ ਵੱਲ ਵਧੀਏ, ਪਰ ਉਸ ਤੋਂ ਵੀ ਪਹਿਲਾਂ ਜੇਕਰ ਹਾਲੇ ਤੱਕ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਬੇਨਤੀ ਹੈ, ਅਪੀਲ ਹੈ ਤੁਹਾਨੂੰ ਕਿ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਨੱਪ ਲਿਓ ਤਾਂ ਕਿ ਤੁਹਾਨੂੰ ਰੋਜ਼ਾਨਾ ਦੀ ਅਪਡੇਟ ਮਿਲਦੀ ਰਹੇ। ਆਓ ਯੁੱਗ ਕਵੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਭ ਤੋਂ ਪਹਿਲਾਂ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰੀਏ। ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਸਾਡੇ ਸੱਜਣ ਹੋਣ, ਦਰਸ਼ਕ ਹੋਣ, ਜਿਹੜੇ ਸਾਹਿਤ ਦਾ ਝੱਸ ਰੱਖਦੇ ਆ, ਮਸ ਰੱਖਦੇ ਆ, ਸੰਤ ਰਾਮ ਉਦਾਸੀ ਦੇ ਬਾਬਤ ਪਤਾ ਵੀ ਹੋਵੇ ਅਤੇ ਪੜ੍ਹਿਆ ਵੀ ਹੋਵੇ। ਜੇ ਨਹੀਂ ਪਤਾ ਹੋਣਾ ਤਾਂ ਘੱਟੋ ਘੱਟ ਜਿਹੜੀਆਂ ਇੱਕ ਦੋ ਰਚਨਾਵਾਂ ਦੀਆਂ ਮੈਂ ਕੁਝ ਵੰਨਗੀਆਂ ਤੁਹਾਡੇ ਲਈ ਪੇਸ਼ ਕਰਾਂਗਾ, ਸ਼ਾਇਦ ਤੁਹਾਨੂੰ ਪਤਾ ਲੱਗੇ ਹਾਂ ਇਹ ਸੁਣੀਆਂ ਕਿਤੇ ਜ਼ਰੂਰ ਨੇ। ਅਸਲ ਦੇ ਵਿੱਚ ਸੰਤ ਰਾਮ ਉਦਾਸੀ ਪਿੰਡ ਰਾਏਸਰ, ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਵਿੱਚ ਜਨਮੇ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਸੰਤ ਰਾਮ ਉਦਾਸੀ ਦਾ ਜਨਮ ਹੋਇਆ, ਉਹਨਾਂ ਦਿਨਾਂ ਦੇ ਵਿੱਚ ਲੋਕ ਦਲਿਤ ਪਰਿਵਾਰਾਂ ਨਾਲੋਂ ਸਮਾਜਿਕ ਦੂਰੀ ਬਣਾ ਕੇ ਰੱਖਦੇ ਸੀ। ਇਹਨਾਂ ਲੋਕਾਂ ਦੀ ਖਾਸ ਕਰਕੇ ਸਮਾਜਿਕ, ਆਰਥਿਕ, ਮਾਨਸਿਕ ਲੁੱਟ ਪੂਰੇ ਐਨ ਜ਼ੋਰ ਸ਼ੋਰ ਨਾਲ ਕਰਦੇ ਸੀ ਅਤੇ ਪੂਰਾ ਜੀਵਨ ਉਹਨਾਂ ਨੂੰ ਗੁਲਾਮੀ ਵਾਲਾ ਹੀ ਜੀਵਨ ਭੋਗਣਾ ਪੈਂਦਾ ਸੀ। ਅਤੇ ਸੋ ਕਾਲਡ ਨੀਵੀਂ ਜਾਤ ਜਿਹਨਾਂ ਨੂੰ ਆਖਿਆ ਜਾਂਦਾ ਸੀ, ਉੱਚੀ ਜਾਤ ਦੇ ਲੋਕ ਉਹਨਾਂ ਨੂੰ ਆਪਣੇ ਭਾਂਡੇ ਦੇ ਵਿੱਚ ਵੀ ਰੋਟੀ ਖਾਣ ਤੱਕ ਦੀ ਆਗਿਆ ਨਹੀਂ ਸੀ ਦਿੰਦੇ। ਭਿੱਟ ਕਹਿੰਦੇ ਸੀ, ਭਿੱਟੇ ਜਾਣਗੇ, ਪਾਸੇ ਰੱਖਦੇ ਸੀ। ਅਤੇ ਲੋਕ ਜੇਕਰ ਕੋਈ ਭਾਂਡੇ ਵਿੱਚ ਖਾ ਲੈਂਦਾ ਸੀ, ਬਾਅਦ ਦੇ ਵਿੱਚ ਅੱਗ ਪਾਉਂਦੇ ਸੀ। ਸੰਤ ਰਾਮ ਉਦਾਸੀ ਉਹਨਾਂ ਦਿਨਾਂ 'ਚ ਪੈਦਾ ਹੋਏ, ਪਰ ਲੋਕਾਂ ਦਾ ਇਹ ਕਵੀ ਯੁੱਗ ਕਵੀ ਹੋ ਨਿਬੜਿਆ। ਉਹਦਾ ਜਨਮ ਪੰਜਾਬ ਦੇ ਇੱਕ ਬੇਜ਼ਮੀਨੇ ਦਲਿਤ ਪਰਿਵਾਰ ਦੇ ਜ਼ਰੂਰ ਘਰ ਦੇ ਵਿੱਚ ਹੋਇਆ, ਪਰ ਭਾਰਤੀ ਲੋਕਾਂ ਦੀਆਂ ਇਨਕਲਾਬੀ ਜੱਦੋ ਜਹਿਦਾਂ ਦੇ ਵਿੱਚ ਜਿਸ ਸਰਗਰਮੀ ਦੇ ਨਾਲ ਸੰਤ ਰਾਮ ਉਦਾਸੀ ਨੇ ਹਿੱਸਾ ਲਿਆ, ਆਪਣੀਆਂ ਕਵਿਤਾਵਾਂ ਦੇ ਨਾਲ ਜਿਸ ਤਰੀਕੇ ਨਾਲ ਯੋਗਦਾਨ ਪਾਇਆ, ਉਸ ਦੇ ਕਾਰਨ ਭਾਰਤੀ ਸਟੇਟ ਵੱਲੋਂ ਕਈ ਵਾਰੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਰਿਹਾ, ਜਿਸ ਦੇ ਕਾਰਨ ਕਹਿੰਦੇ ਉਹਨਾਂ ਦੀ ਅੱਖਾਂ ਦੀ ਲੋ ਜਿਹੜੀ ਜੋਤ ਸੀ ਕਾਫੀ ਘਟ ਗਈ ਸੀ। ਪਰ ਸੰਤ ਰਾਮ ਉਦਾਸੀ ਦੇ ਗੀਤ ਭਾਰਤੀ ਲੋਕਾਂ ਦੇ ਜੀਵਨ ਦੇ ਵਿੱਚ, ਜੱਦੋ ਜਹਿਦ ਦੇ ਵਿੱਚ ਹੌਸਲੇ ਦਾ ਕੰਮ ਕਰਦਿਆਂ ਕਰਦੇ, ਅਤੇ ਉਹ ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ, ਔਰਤਾਂ ਵਾਸਤੇ, ਦੱਬੇ ਕੁਚਲੇ ਲੋਕਾਂ ਦੇ ਵਾਸਤੇ ਆਪਣੇ ਗੀਤ ਹੀ ਨਾ ਲਿਖਦੇ, ਰਚਨਾਵਾਂ ਹੀ ਨਾ ਰਚਦੇ, ਸਗੋਂ ਆਪ ਉਹਨਾਂ ਨੂੰ ਗੁਣਗੁਣਾਉਂਦੇ ਵੀ। ਉਹ ਦੱਬੀਆਂ ਕੁਚਲੀਆਂ ਹਾਲਤਾਂ ਦੇ ਜ਼ਗੀਰਦਾਰਾਂ, ਸੂਦਖੋਰਾਂ, ਅਮੀਰਾਂ ਵੱਲੋਂ ਜਿਹੜੀ ਲੁੱਟ ਖਸੁੱਟ ਕੀਤੀ ਜਾਂਦੀ ਸੀ, ਉਹਨਾਂ ਦੇ ਪ੍ਰਤੀ ਨਫ਼ਰਤ ਅਤੇ ਲੋਕਾਂ ਵੱਲੋਂ ਆਪਣੀ ਆਜ਼ਾਦੀ ਵਾਸਤੇ ਹਥਿਆਰਬੰਦ ਘੋਲ ਕਰਨ ਦੇ ਬੁਲੰਦ ਇਰਾਦਿਆਂ ਦੇ ਗੀਤ ਗਾਉਂਦੇ। ਅਤੇ ਉਹਨਾਂ ਦੇ ਗੀਤਾਂ ਦਾ ਸੋਮਾ ਭਾਰਤੀ ਲੋਕਾਂ ਦੇ ਸੱਭਿਆਚਾਰ ਦੇ ਨਾਲ ਨਾਲ ਨਕਸਲਬਾੜੀ ਦਾ ਇਨਕਲਾਬੀ ਕੋਲ ਵੀ ਹੈ। ਆਖਰਕਾਰ ਇਹ ਯੁੱਗ ਕਵੀ ਲੋਕ ਕਵੀ ਹਜ਼ੂਰ ਸਾਹਿਬ ਤੋਂ ਇੱਕ ਕਵੀ ਦਰਬਾਰ ਤੋਂ ਵਾਪਸ ਆ ਰਹੇ ਸੀ ਕਿ ਅੱਜ ਦੇ ਦਿਨ 1986 ਨੂੰ ਰਸਤੇ ਦੇ ਵਿੱਚ ਰੇਲ ਗੱਡੀ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ। ਅਤੇ ਸੰਤ ਰਾਮ ਉਦਾਸੀ ਦੇ ਪਰਿਵਾਰ ਨੂੰ ਜਾਣਕਾਰੀ ਅਨੁਸਾਰ 3 ਦਿਨਾਂ ਦੇ ਬਾਅਦ ਪਤਾ ਲੱਗਿਆ ਸੰਤ ਰਾਮ ਉਦਾਸੀ ਜਿਸਮਾਨੀ ਤੌਰ 'ਤੇ ਭਾਵੇਂ ਇਸ ਦੁਨੀਆ ਵਿੱਚ ਨਹੀਂ, ਰੁਖਸਤ ਹੋ ਚੁੱਕੇ ਨੇ, ਪਰ ਉਹਨਾਂ ਦੀਆਂ ਲਿਖਤਾਂ ਅੱਜ ਵੀ ਜਿੰਦਾ ਨੇ ਅਤੇ ਬਹੁਤ ਸਾਰੇ ਲੋਕਾਂ ਦੇ ਵਾਸਤੇ ਪ੍ਰੇਰਨਾ, ਚੇਤਨਾ ਪੈਦਾ ਕਰ ਰਹੀਆਂ ਨੇ। ਹੁਣ ਉਹਨਾਂ ਦੀਆਂ ਰਚਨਾਵਾਂ ਬਹੁਤ ਨੇ, ਮੈਂ ਕਿਸੇ ਦਿਨ ਕੋਸ਼ਿਸ਼ ਕਰਾਂਗਾ ਕਿ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਇੱਕ ਇੱਕ ਕਰਕੇ ਆਪਾਂ ਪੇਸ਼ ਕਰੀਏ। ਪਰ ਇੱਕ ਰਚਨਾ ਜਿਹੜੀ ਮੈਨੂੰ ਬੜੀ ਚੰਗੀ ਲੱਗਦੀ ਹੈ, ਉਹਨਾਂ ਦੀ ਵਸੀਅਤ। ਉਹ ਕਹਿੰਦੇ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਮੌਤ 'ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੀ ਵੀ ਜ਼ਿੰਦਗੀ ਕੀ, ਮੇਰੀ ਵੀ ਜ਼ਿੰਦਗੀ ਕੀ, ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫੀ, ਤੀਲੀ ਬੇਸ਼ੱਕ ਨਾ ਲਾਇਓ। ਹੋਣਾ ਨਹੀਂ ਮੈਂ ਚਾਹੁੰਦਾ ਸੜ ਕੇ ਸਵਾਹ ਕੇਰਾਂ, ਹੋਣਾ ਨਹੀਂ ਮੈਂ ਚਾਹੁੰਦਾ
ਸੜ ਕੇ ਸਵਾ ਅਕੇਰਾਂ ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ। ਵਲਗਣ ਚ ਕੈਦ ਹੋਣਾ ਸਾਡੇ ਨਹੀਂ ਮੁਹਾਫਕ, ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ। ਯਾਰਾਂ ਦੇ ਵਾਂਗ ਅਰਥੀ ਸੜਕਾਂ ਤੇ ਹੀ ਜਲਾਇਓ। ਜੀਵਨ ਤੋਂ ਮੌਤ ਤਾਈਂ ਆਉਂਦੇ ਬੜੇ ਚੁਰਾਹੇ, ਜਿਸ ਦਾ ਹੈ ਪੰਧ ਵਿਖੜਾ ਉਸੇ ਹੀ ਰਾਹ ਲਿਜਾਇਓ। ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ। ਇਹ ਉਹਨਾਂ ਦੀ ਰਚਨਾ ਹੈ, ਵਸੀਅਤ। ਆਹ ਜਿਹੜੀ ਰਚਨਾ ਹੈ ਇਹ ਮੈਨੂੰ ਲੱਗਦਾ ਹੈ ਕਿ ਹਰ ਇੱਕ ਦੇ ਕੰਨੀ ਪਈ ਹੋਣੀ ਹੈ। ਹੋ ਸਕਦਾ ਹੈ ਬਹੁਤਿਆਂ ਨੂੰ ਇਸ ਦਾ ਪਤਾ ਹੋਵੇ ਤੇ ਕੁਝ ਇੱਕ ਹੋ ਸਕਦਾ ਹੈ ਅਣਜਾਣ ਹੋਣ ਕਿ ਰਚਨਾ ਕਿਸ ਦੀ ਹੈ। ਕਹਿੰਦਾ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਈ ਨਾ ਵੀਰਾ ਬਣ ਜਾ ਰਿਹਾ। ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ, ਦੇਈ ਨਾ ਵੀਰਾ ਬਣ ਜਾ ਰਿਹਾ। ਸਾਡੇ ਪਿੰਡ 'ਚ ਤਾਂ ਸੌਣ 'ਚ ਵੀ ਸੋਕਾ, ਸੋਕਾ ਵੇ ਵੀਰਾ ਬਣ ਜਾ ਰਿਹਾ। ਹੁਣ ਇਹ ਰਚਨਾ ਬਹੁਤ ਮਕਬੂਲ ਰਚਨਾ ਉਹਨਾਂ ਦੀ। ਹੁਣ ਉਹਨਾਂ ਨੂੰ ਪਤਾ ਸੀ ਕਿ ਜੱਟ ਤੇ ਸੀਰੀ ਦੀ ਸਾਂਝ ਕਿਹੋ ਜਿਹੀ ਹੈ। ਜੱਟ ਤੇ ਸੀਰੀ ਦੀ ਸਾਂਝ ਦੀ ਰਚਨਾ ਵੀ ਉਹਨਾਂ ਦੀ ਬਹੁਤ ਮਕਬੂਲ ਰਚਨਾ ਹੈ। ਕਹਿੰਦਾ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਗਲ ਲੱਗ ਕੇ ਸੀਰੀ ਦੇ ਜੱਟ ਰੋਵੇ। ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ। ਇਹ ਰਚਨਾ ਵੀ ਬਹੁਤ ਉਹਨਾਂ ਦੀਆਂ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੋਹ ਗਈ ਸੀ। ਇੱਕ ਰਚਨਾ ਉਹਨਾਂ ਦੀ ਹੋਰ, ਕਮੀਆਂ ਦਾ ਵਿਹੜਾ। ਇਹ ਵੀ ਮੈਨੂੰ ਲੱਗਦਾ ਹੈ ਕਿ ਲਗਭਗ ਹਰ ਇੱਕ ਦੇ ਕੰਨੀ ਪਈ ਹੋਣੀ ਹੈ। ਕਹਿੰਦਾ ਮਾਂ ਧਰਤੀ ਏ ਤੇਰੀ ਗੋਦ ਨੂੰ, ਮਾਂ ਧਰਤੀ ਏ ਤੇਰੀ ਗੋਦ ਨੂੰ, ਚੰਨ ਹੋਰ ਬਥੇਰੇ, ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਕਹਿੰਦੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮੁੱਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ, ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਸੋ ਸਾਡੀ ਸ਼ਰਧਾਂਜਲੀ ਹੈ ਸੰਤ ਰਾਮ ਉਦਾਸੀ ਹੋਰਾਂ ਨੂੰ। ਅੱਜ ਦੇ ਦਿਨ ਉਹਨਾਂ ਦੀ ਮੌਤ ਹੋਈ ਸੀ। ਸੋ ਆਓ ਹੁਣ ਖਬਰਾਂ ਵੱਲ ਨੂੰ ਪਲਾਂਘ ਪੁੱਟਦੇ ਹਾਂ। ਬੀਤੇ ਕਈ ਦਿਨਾਂ ਤੋਂ ਲਗਾਤਾਰ ਖਬਰ ਚਰਚਾ 'ਚ ਹੈ। ਜਿਸ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਕੀ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਦਿੱਲੀ ਦੇ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਸੀ, ਉਸ ਦਿਨ ਕੈਪਟਨ ਅਮਰਿੰਦਰ ਸਿੰਘ ਦਿੱਲੀ ਸੀ ਤੇ ਈਡੀ ਪਟਿਆਲੇ ਸੀ। ਉੱਥੇ ਸਵਾਲ ਵੀ ਪੱਤਰਕਾਰਾਂ ਨੇ ਕੀਤੇ, ਉਹ ਕਹਿੰਦੇ ਸੀ ਕੁਝ ਵੀ ਨਹੀਂ ਇਹੋ ਜਿਹਾ। ਹੁਣ ਪਹਿਲਾਂ ਇੱਕ ਵਾਰੀ ਸਾਡਾ ਸੰਮਨ ਹੋਣ ਤੋਂ ਬਾਅਦ ਰਣਇੰਦਰ ਸਿੰਘ ਪੇਸ਼ ਨਹੀਂ ਸੀ ਹੋਏ, ਕਹਿੰਦੇ ਸੀ ਉਸ ਦਿਨ ਓਲੰਪਿਕ ਕਮੇਟੀ ਦੀ ਮੀਟਿੰਗ ਆ, ਉੱਥੇ ਜਾਣਾ ਜ਼ਰੂਰੀ ਸੀ। ਹੁਣ ਦੂਸਰੀ ਵਾਰ ਅਮਰਿੰਦਰ ਦੇ ਬੇਟੇ ਰਣਇੰਦਰ ਸਿੰਘ ਨੂੰ ਜਲੰਧਰ 'ਚ ਈਡੀ ਦਫ਼ਤਰ 'ਚ ਪੇਸ਼ ਹੋਣ ਵਾਸਤੇ ਸੱਦਿਆ ਹੋਇਆ ਸੀ, ਪਰ ਰਣਇੰਦਰ ਦੇ ਵਕੀਲ ਨੇ ਜੈਵੀਰ ਸ਼ੇਰਗਿੱਲ, ਉਹ ਕਹਿੰਦੇ ਰਣਇੰਦਰ ਦੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਉਹ ਦੁਬਾਰਾ ਅੱਜ ਦਫ਼ਤਰ ਦੇ ਵਿੱਚ ਪੇਸ਼ ਨਹੀਂ ਹੋ ਸਕੇ। ਜੈਵੀਰ ਸ਼ੇਰਗਿੱਲ ਨੇ ਉਹਨਾਂ ਦੀ ਸਿਹਤ ਦੇ ਕਾਰਨਾਂ ਦਾ ਹਵਾਲਾ ਦਿੱਤਾ। ਉਹ ਕਹਿੰਦੇ ਰਣਇੰਦਰ ਨੂੰ ਬੁਖਾਰ ਵੀ ਹੈ, ਬੁਖਾਰ ਵੀ ਤੇਜ਼ ਹੈ, ਠੰਡ ਵੀ ਲੱਗੀ ਹੈ, ਖੰਘ ਵੀ ਹੈ। ਅੱਜ ਉਹਨਾਂ ਦਾ ਕਰੋਨਾ ਟੈਸਟ ਵੀ ਭੇਜਿਆ ਗਿਆ, ਜਿਸ ਦੇ ਕਾਰਨ ਉਹ ਕਹਿੰਦੇ ਰਣਇੰਦਰ 14 ਦਿਨਾਂ ਦੇ ਇਕਾਂਤ ਵਾਸਤੇ ਨੇ ਉਹਨਾਂ ਨੂੰ ਹਦਾਇਤ ਦਿੱਤੀ ਹੋਈ ਹੈ। ਤੇ ਜਾਣਕਾਰੀ ਅਨੁਸਾਰ ਈਡੀ ਵੱਲੋਂ ਰਣਇੰਦਰ ਸਿੰਘ ਨੂੰ ਦੁਬਾਰਾ ਸੰਮਨ ਕੀਤੇ ਜਾਣਗੇ। ਅਸਲ ਦੇ ਵਿੱਚ ਰਣਇੰਦਰ ਸਿੰਘ ਤੇ ਇਨਕਮ ਟੈਕਸ ਮਹਿਕਮੇ ਨੇ ਰਣਇੰਦਰ ਦੇ ਕੋਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਹੋਇਆ ਹੈ। ਸਾਲ 2005 ਤੇ 2006 ਦੇ ਇਸ ਮਾਮਲੇ ਵਿੱਚ ਕਥਿਤ ਤੌਰ ਤੇ ਕਮਾਈ ਗਈ ਵਿਦੇਸ਼ੀ ਜਾਇਦਾਦ ਨੂੰ ਉਹਨਾਂ ਦੇ ਰਿਟਰਨ ਵਿੱਚ ਐਲਾਨਿਆ ਨਹੀਂ ਸੀ ਗਿਆ। ਇਹ ਉਹਨਾਂ ਤੇ ਦੋਸ਼ ਨੇ। ਈਡੀ ਵੱਲੋਂ ਜਾਂਚ ਨਾਲ ਯੂਰਪ, ਸਵਿਟਜ਼ਰਲੈਂਡ ਦੇ ਵਿੱਚ ਪੈਸੇ ਦੀ ਆਵਾਜਾਈ, ਇੱਕ ਬਰਤਾਨਵੀ ਟਾਪੂ ਹੈ, ਉਹਦੇ ਵਿੱਚ ਕੁਝ ਟਰਸਟ ਨੇ ਤੇ ਉਹਨਾਂ ਦੀਆਂ ਸਹਾਇਕ ਕੰਪਨੀਆਂ ਦੇ ਵਿੱਚ ਵੀ ਪਹਿਚਾਣ ਹੋਈ ਹੈ। ਹਾਲਾਂਕਿ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਕਿਹਾ ਸੀ, ਉਧਰ ਦਿੱਲੀ ਵਿੱਚ ਵੀ ਆਖ ਰਹੇ ਸੀ ਕਿ ਮੇਰੇ ਪਰਿਵਾਰ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਣਇੰਦਰ ਦਾ ਇਸ ਤਰ੍ਹਾਂ ਦੀ ਕਿਸੇ ਮਾਮਲੇ ਨਾਲ ਕੋਈ ਲੈਣ ਦੇਣ ਨਹੀਂ, ਭਾਵ ਉਹ ਦੋਸ਼ਾਂ ਤੋਂ ਇਨਕਾਰ ਕਰਦੇ ਨੇ। ਫਿਲਹਾਲ ਇਨਕਮ ਟੈਕਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ। ਸਿਰਫ ਰਣਇੰਦਰ ਨੂੰ ਹੀ ਨਹੀਂ, ਰਣਇੰਦਰ ਦੀਆਂ ਜਿਹੜੀਆਂ ਧੀਆਂ ਨੇ ਉਹਨਾਂ ਨੂੰ ਵੀ ਈਡੀ ਵੱਲੋਂ ਸੰਮਨ ਜਾਰੀ ਕਰ ਦਿੱਤੇ ਗਏ। ਤੇ ਕੈਪਟਨ ਅਮਰਿੰਦਰ ਸਿੰਘ ਆਖ ਰਹੇ ਨੇ ਕਿ ਜੇ ਮੈਂ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਮਤੇ ਪਾਸ ਕਰ ਦਿੱਤੇ ਹੈ, ਜਾਣਬੁੱਝ ਕੇ ਸਾਡੇ ਪਰਿਵਾਰ ਨੂੰ ਤੰਗ ਕੀਤਾ ਜਾ ਰਿਹਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਜੀ, ਇਹ ਤਾਂ ਤੁਸੀਂ ਪਿਛਲੇ ਮਹੀਨੇ ਕੀਤੇ ਹੈ। ਆਹ ਜਿਹੜਾ ਕੇਸ ਜਿਹਦੇ ਬਾਬਤ ਈਡੀ ਸੰਮਨ ਕਰ ਰਹੀ ਹੈ ਤੇ ਬੜਾ ਪੁਰਾਣਾ ਹੈ। ਲੋਕਾਂ ਦੀਆਂ ਅੱਖਾਂ 'ਚ ਹਰ ਵਾਰ ਘੱਟਾ ਨਹੀਂ ਪਾਇਆ ਜਾ ਸਕਦਾ। ਜੇ ਸੱਚੇ ਨੇ ਤਾਂ ਈਡੀ ਜਾਂਚ ਪੜਤਾਲ ਕਰੇਗੀ, ਹੋ ਸਕਦਾ ਬਰੀ ਹੋ ਜਾਣ।
पर जे किते कुछ 19-21 हुई तो ईडी दस देगी, इंतज़ार करना पेगा। तो एक बड़ी मंदभागी खबर मिली है, ये पहली खबर नहीं, पहला भी इस तरह दी बड़ियां घटनावां वापरियां ने कि पूरे का पूरा परिवार माता चिंतपूर्णी नूं जा रहा सी, दरबार साहब नूं जा रहा सी, जां किते होर नतमस्तक होण जा रहा सी। रस्ते दे विच कोई दुर्घटना वापरी तो परिवार खत्म होया। पर आ जिहड़ी खबर है ये सरहंद पटियाला रोड ते पैंदा पिंड आदमपुर दे नेड़े एक भयानक सड़क हादसा वापरिया, जिस दे विच पति पत्नी दोवां दी मौत की खबर है, जदों कि उन्हां दे 2 बच्चे गंभीर जख्मी दसे जा रहे हैं। ये मृतक जोड़ा अपने बच्चों के समेत जानकारी अनुसार अमृतसर मत्था टेकण जा रहा सी ते रस्ते दे विच दर्दनाक भाणा वापरिया। मृतकों की पहचान रमनप्रीत सिंह अते उन्हां दी पत्नी हरचरण कौर बाबत हुई है, जो कि पटियाला के गुरु नानक नगर के रहने वाले दसे गए है। ये अपने परिवार समेत मरूती कार दे विच पटियाले तो अमृतसर जा रहे सी। आदमपुर नहर के नेड़े पहुंचे तो सामने तो एक ट्रक आ रहा सी अते ट्रक ने इन्हां दी कार नूं अपनी लपेट विच लिया ते इस हादसे के कारण ये पति पत्नी तो मौके ते मौत दसी जा रही है। अते इन्हां दा पुੱਤ सी आगमजोत सिंह 7 कवरियां दा अते 4 सालां दा नवराज सिंह, जिहड़े गंभीर जख्मी ने ते चंडीगढ़ उन्होंने रैफर कर दिता गया। तो जिहड़े आले दुआले देखण वाले सी, जिन्हां ने हादसा वेख्या, कहंदे हादसा भयानक सी। टक्कर तो बाद कार दे पर खच्चे उड़ गए, कार चकनाचूर हो गई। तो पुलिस ने आख्या कि असीं मामले की कार्रवाई कर रहे हैं तो जांच जारी है। तो अगली खबर भी कोई चंगी खबर नहीं, दोबारा उस ही पिंड दे विच फिर गुरु ग्रंथ साहब जी की बेअदबी हुई है, जिथे पहलां हुई सी। अंबाला के नेड़े पैंदा पिंड देवी नगर गुरुद्वारा साहब दे विच गुरु ग्रंथ साहब जी की एक बार फिर तो बेअदबी कीते जाण की खबर है। डेराबस्सी थाणा के मुखी ने दस्सिया कि पुलिस पार्टी मौके पर पहुँच गई सी, असीं मामले की जांच कर रहे हैं। इस पिंड विच गुरु ग्रंथ साहब जी जिस तरह मैं तुहानूं दस रहा कि दूसरी बार बेअदबी हुई है। इसे ही पिंड विच इसे गुरुद्वारा साहब दे विच साल 2017 दे विच गुरु ग्रंथ साहब जी के अंग पाड़ दिते गए सन, बेअदबी कर दी गई सी। उस वेले दस्सिया गया सी कि पिंड दे विच एक मानसिक तौर पर परेशान नौजवान, जिसने गुरुद्वारा साहब जाके गुरु ग्रंथ साहब जी के अंग पाड़ दिते गए थे, दोषी नूं काबू कर लिया गया सी। ते इस बार जिहड़ी आ बेअदबी दोबारा हुई है, ये बेअदबी का शक किसी बाहरले व्यक्ति ते नहीं। दस्सिया जा रहा है कि पिंड की वो एक औरत है जिहदे उत्ते शक की सूई है, पर हाले इस मामले की जांच की जा रही है। ये लगातार घटनावां वापर रही ने। एक दिन किसी ने गुटका साहब की बेइज्जती की है, बेअदबी की है। उहदे तो पहलां फतेहगढ़ साहब के नेड़े 2 पिंड पैंदे ने, तरखान माजरा ते जला, उत्थों खबर आईयां सी कि गुरु ग्रंथ साहब जी की बेअदबी हुई है। बेअदबियां रोकण का नाम नहीं लै रही। कई लोग आख रहे हैं कि चल रहे संघर्ष नूं तार पीडो करन ते लोगों का ध्यान खिंचण दे वास्ते हो सकता है कि इस तरह दी कार्रवाइयां करवाइयां जा रही होण, भावें हो रही ने भावें करवाइयां जा रही ने। घटनावां निंदणयोग ने। सो आउण वाले दिनां विच वेखदे हां कि इहदा दोषी फड़ लिया जांदा है जां फिर जिहड़ियां ओह बेअदबियां होईयां सी, जिहदे तो बाद धरने भी लगे, रोस मुजाहरे भी होए, हाले तक पता ही नहीं लग सकिया कि बेअदबी कौन कर गया। हाले तक दोषी फड़े ही नहीं जा सके कि बेअदबी के दोषी कौन सन। अगली खबर है जिसके कारण केंद्र सरकार ते पंजाब सरकार एक दूसरे के आमो सामने है, वो सी कि किसान जथेबंदियां ने आख दिता सी असी माल गड्डियां लंघण नूं आग्या दे रहे हैं। पहला 4 नवंबर तक सी, फिर 4 नवंबर नूं दोबारा किसान जथेबंदियां इकट्ठियां हुईयां, उन्होंने 20 नवंबर तक आख दिता सी कि माल गड्डियां नूं रोकिया नहीं जाएगा। उहदे तो बाद पंजाब सरकार ने काफ़ी जोर पाया। सारियां किसान यूनीयनां ने आख्या कि असीं रेलवे लाइनां खाली कर दित्तियां ने तां जो पंजाब दे विच माल गड्डियां दे नाल ढोआ ढुआई निर्विघन चल सके ते बहाल हो सके। इस संबंध दे विच किसानां वल्लों मुजाहरे वालियां लगभग 21 थावां सी, जिहड़ियां केंद्र सरकार वल्लों दस्सियां जा रहीआं सी कि हाले भी 21 थावां ते धरने दित्ते जा रहे हैं। हुण कहंदे ओह सारियां लाइनां माल गड्डियां नूं सुचारू ढंग दे नाल चलाउण दे वास्ते, आवाजाही बहाल करने दे वास्ते खाली कर दिता गया। यह जानकारी असल दे विच गृह विभाग के एक बुलारे ने दी है। दस्सिया जा रहा है कि पंजाब अंदर रेल गड्डियां की आवाजाही की निर्विघन आवाजाही बहाली के वास्ते केंद्र सरकार ने कहा सी कि जिन्नी देर तक धरने नहीं चुके जाते, जिन्नी देर तक असीं जाके मुआयना नहीं कर लिया जाता, जिन्नी देर तक पंजाब सरकार इस गल की सुरक्षा की जिम्मा नहीं लै लैंदी,
उन्नी देर तक माल गड्डियां की आवाजाही दोबारा शुरू की नहीं जा सकती। पता लगा कि शायद एक थां दे उत्ते हाले भी किसान धरने ते सी, जिस नूं लैके IG बॉर्डर रेंज ਅਤੇ SSP ਤਰਨਤਾਰਨ किसान संघर्ष कमेटी के अहुदेदारां दे नाल गलबात कर रहे सी। हो सकता है कि जदों तक ये खबर तुहाडे तक पहुँचे ये धरना भी उदों तक उठा दिता जाए। सिर्फ ये धरना माल गड्डियां की आवाजाही वास्ते उठाया जा रहा है। इनू इस हल्के च ना लै जाना गल नूं कि किते धरने चुक दिते गए है, किते किसान संघर्ष ही उठा दिता गया, बिल्कुल नहीं। सिर्फ तो सिर्फ माल गड्डियां की आवाजाही नूं निरंतर करने दे वास्ते, क्योंकि केंद्र सरकार दे नाल जदों गलबात हुई है उत्थे आ गल निकल के उभर के सामने आई सी कि जेकर माल गड्डियां की आवाजाही चालू करनी है तो केंद्रीय रेलवे बोर्ड ने भी आख्या सी, उन्हां दे मिस्टर यादव ने उस मीटिंग दे विच जदों पीयूष गोयल नूं मिलण गए सी संसद मैंबर, मीटिंग अधवाटे टुट गई सी ते वाकआउट कर दिता सी। पर उस वक्त कैप्टन अमरिंदर सिंह की घरवाली परनीत कौर अते मुनीश तिवाड़ी उन्होंने कैप्टन अमरिंदर सिंह की एक चिट्ठी हवाले की सी कि आह देखो असी सुरक्षा का जिम्मा लैने हैं, किसानां ने साडे नाल इस गल दे उत्ते हामी भरी है कि माल गड्डियां नूं लंघण तो रोकिया नहीं जाएगा। उहदे तो बाद कुछ ठंडे पए सी, सो हुण उम्मीद की जा रही है कि शायद माल गड्डियां की आवाजाही 1-2 दिनों के विच बहाल हो सके। ते अगली खबर, अमरीका दे विच राष्ट्रपति चोणां 3 नवंबर नूं हो चुकियां ने। हाल की घड़ी तक जित हार का ऐलान नहीं किया जा चुकिया। ईरान वालियां दा ट्वीट देखो, चीन वालियां दा ट्वीट देखो, दुनिया पर ट्वीटो ट्वीटी हो रही है कि दुनिया की सुपर पावर अखवाउण वाला मुल्क हाले तक किहड़े लोकतंत्र दे विच फिरदा है जिथे लोक फतवे नूं कोई लीडर स्वीकार करन नूं तैयार ही नहीं। राष्ट्रपति ट्रंप हाले तक आखी जा रहे हैं कि धक्का हो रहा है, धोखा हो रहा है, फ्रॉड किया जा रहा है। यह भी आख्या जा रहा सी कि जिहड़ियां एबसेंटी वोट्स ने जां जिहड़ियां मेल इन बैलट ने, क्योंकि 50 सूबे ने अमरीका के, 50 सूबਿਆਂ ਦੇ ਵੱਖੋ-ਵੱਖ कानून ने। कई सूबਿਆਂ ਦੇ ਵਿੱਚੋਂ ਕਹਿੰਦੇ ਸੀ कि बाद ਦੇ ਵਿੱਚ 3 नवंबर तो बाद भी वोटां लईਆਂ जा रही ने। ये गलत है, ये फ्रॉड है। इस करके उन्होंने अदालत का दरवाजा खड़काया सी, पर उन्हां विचों 2 राजां ने उन्हां दे इह ला सूट नूं रद्द कर दिता। पर बाद दे विच अंदर खाते खबरां ये भी आ गईयां कि लोकां नूं तां आख रहे ने कि इंज होना नहीं चाहिए। पर आप जिहड़ी प्रैस ब्रीफिंग कर रहे सी राष्ट्रपति ट्रंप, उहदे तो पहलां कहंदे रिपब्लिकन खुद आख रहे ने अपने समर्थकों भी, जेकर तुहानूं जानण वाला कोई रिपब्लिकन बंदा है जिन्हें अपनी पार्टी नूं वोट पाउणी है, हाले तक वोट पाई नहीं, वो जाके वोट पा जावे। भाव कहण दा खाण दे दंद होर ते दिखाउण दे दंद होर ने। हुण जॉर्जिया तो बाद एक होर खास सूबा जिसनूं बैटल ग्राउंड आख्या जा रहा है, जिहड़ा सूबा जिधर झुकेगा राष्ट्रपति की जित उधर हो जानी है, पेनसिल्वेनिया। जॉर्जिया तो बाद पेनसिल्वेनिया दे विच भी डेमोक्रेटिक पार्टी के उम्मीदवार साबका उप राष्ट्रपति जो बाइडेन अमरीकी राष्ट्रपति अहुदे की दौड़ दे विच सी, जिहड़े अपने विरोधी अते राष्ट्रपति ट्रंप के उत्ते काफ़ी भारी पै गए ने ते अगे निकल गए ने। गिणती चल रही सी, उस वक्त तक बाइडन 7000 तो वध वोटां की लीड लै चुके सी ते आखिरी खबरां मिलण तक जेकर उप राष्ट्रपति साबका उप राष्ट्रपति जो बाइडेन पेनसिल्वेनिया जित जाते हैं तो उन्हों वाइट हाउस पहुँचण का राह पद्धरा हो चुकिया होएगा। भाव उन्होंने राष्ट्रपति बनने तो रोकया नहीं जा सकेगा। तो जेकर राष्ट्रपति ट्रंप दौड़ में बने रहना चाहते हैं तो हर हाल उन्होंने ये जित दर्ज करनी होएगी। पर हुण देखना पएगा कि आखिरी नतीजे आउण तक कि राष्ट्रपति ट्रंप किसी सूबे में जित दर्ज करते हैं जां फिर जिहड़े ये 2 सूबਿਆਂ ਦੇ ਵਿੱਚ जॉर्जिया ते पेनसिल्वेनिया ਦੇ ਵਿੱਚ इस वक्त तक जो बाइडेन अगे जा रहे हैं, जे वो जित दर्ज कर जाते हैं तो फिर वो 270 का अंकड़ा सुखाली प्राप्त कर लैणगे। पर तुसीं ये देखो कि आम तौर पर आपां वेखदे हैं कि बहुत सारे लोग ने उन्होंने लगता होंदा कि अमरीका कैनेडा जां इन्हां मुल्कां दे विच लोग शांत रहिंदे होणगे, लोकां नूं सिस्टम दे विच विश्वास होएगा। पर पेनसिल्वेनिया तो खबर मिल रही है, पेनसिल्वेनिया कन्वेंशन सेंटर दे विच वोटां दी गिणती चल रही सी। विवाद भी चल रहा है कि राष्ट्रपति ट्रंप के जिहड़े समर्थक ने बड़े अग्रैसिव होए हुए ने ते दूसरे पासे जो बाइडेन के समर्थक भी ने एक दूसरे के आमो सामने ने, पर रोस मुजाहरे आपो अपने तरीके नाल कर रहे हैं। आ कन्वेंशन सेंटर के उत्ते हमला होने लग्या सी, पर पुलिस नूं पता लग गया, सूह मिल गई। उन्होंने 2 हथियारबंद व्यक्तियों नूं इस सेंटर के बाहरों गिरफ्तार किया है। पुलिस ने दस्सिया कि यह घटना वीरवार देर रात वापरी
जद अंदर वोटां की गिणती चल रही सी ते इसकी जानकारी जो फिलाडेल्फिया पुलिस नूं मिली तो लगभग वीरवार रात 10 बजे उन्होंने दबोच लए। हथियारबंद जिहड़े व्यक्ति सी वो हमर गड्डी विच सी ते उन्होंने अपना ये ट्रक ये SUV उस कन्वेंशन सेंटर के बाहर खड़ा किया ते उन्होंने आख्या कि ट्रक के अंदर जदों देखा गया काफ़ी बंदूकां बरामद होईयां ने, पर उन्होंने व्यक्तियों कोल इन्हां हथियारों का परमिट कोई नहीं सी। पुलिस ने आख्या कि हाले इस दे बारे असीं जांच कर रहे हैं कि ये व्यक्ति सचमुच इस सेंटर के उत्ते हथियारबंद हमला करन आए सी जां इस सेंटर के नेड़े करन की आए सी। पुलिस ने इन्हां व्यक्तियों के नामां दा भी खुलासा नहीं किया, पर यह दसना पैना है कि यह पेनसिल्वेनिया सूबा है। जेकर इहदे विच जिहड़ा व्यक्ति जित जाए, जे बाइडन जित जाते हैं तो समझो कि उन्हां दी बल्ले बल्ले है, तो जेकर ट्रंप जित जाते हैं तो वह भी काफ़ी जित के नेड़े नूं वधणगे जरूर। पर ट्रंप ते बाइडेन के समर्थकों के विचकार कई थावां ते झड़पां हो चुकियां ने। जिहड़े ट्रंप के समर्थक ने वो वार-वार नारे ला रहे हैं कि गिणती रोकी जाए, गिणती रोकी जाए, तो उधर बाइडेन के समर्थकों ने काउंट एवरी वोट, एक पासे ट्रंप दूसरे पासे उन्होंने समर्थक तो वोटां की गिणती रोकण की गुहार ला रहे हैं। तो बाइडेन इस सूबे दे विच भी इस वक्त तक राष्ट्रपति ट्रंप के नालों वोटां के मामले में अगे जा रहे हैं। अगली खबर है, कहते जाको राखे साइयां ते मार सके ना कोई। कई बार देखा कि मौत के मूँह विचों इंसान निकल किवें आउंदा है। कई ऐसे हादसे वापरते हैं, कई साडियां अखां दे सामने वापरते हैं, कई सानू खबरों के रूप में मिलते हैं, पर उन्हां ते विश्वास करना मुश्किल हो जाता है कि सचमुच यार इंज होया तो बंदा बच भी गया। आ जिहड़ी खबर है ये इस तरह की खबर है। दोपहर वीरवार की सी, डोन वैली दे विच डोन वैली पार्कवे दे विच किस तरह का हादसा वापरिया जिसनूं देखण वाले हाले तक अपनियां अखां ते यकीन नहीं कर रहे। असल दे विच एक गड्डी चलदी दा टायर निकलिया, ऐन हवा दे विच बंब वांग उड़िया ते दूसरी कार दे विच जा वजिया। ते देखो चंगी किस्मत किन्नी, दूसरी कार दा ड्राइवर सुरक्षित है, पर जेकर कोई कार देखे, कार देख के बंदा कहू भी इस कार दे विच जेकर कोई सवार होना है, ड्राइवर होना है, वो बचिया नहीं होना। टोरंटो की पुलिस ने दस्सिया कि मर्सिडीज का SUV सी, ML सी, तो वह हाईवे पर जा रहा सी, अचनचेत वह अगला टायर निकलिया तो दूसरी गड्डी जा वजिया, तो जिस कारण उसका शीशा तो उपरला हिस्सा बुरी तरह चकनाचूर हो गया। तो गड्डी में सवार जिहड़ा व्यक्ति सी जब उन्हें ऐन हवा च टायर उड़ता देखा तो टायर आउंदा भी अपनी कार वाल नूं देखा, तो उन्हें कर की सकता सी, गड्डी चों तो हुण भज के बाहर निकल नहीं सकता। तकरीबन 30 फुट उच्चा वो टायर उछल रहा सी उपर नूं, हवा च ऐन बाजियां ला रहा सी। वो डैशबोर्ड के हेठां नूं झुकिया, तो खुशकिस्मती ये ही, चंगी किस्मत ये रही कि गड्डी तो उसकी चकनाचूर हो गई, पर वह बच गया। जे बचदा ना तो गंभीर जख्मी जरूर हुंदा, पर किस्मत ने बचा लिया। मामले की जांच की जा रही है। हाले तक ये भी नहीं दस्सिया गया कि जिहड़े व्यक्ति की गड्डी का टायर निकलिया कि उन्होंने टिकट दी गई है, कोई जुर्माना, कोई चलान कट्टिया गया या नहीं। पर जो पुलिस नाल गलबात की गई, वो कहते देखो ठंड का मौसम है, खास करके टोरंटो वर्गे इलाकों के लोग स्नो टायर पाउंदे इन्हां दिनां दे विच। वो कहते कई बार जो लोग टायर बदलते हैं ना, चंगी तरह टायर कसदे नहीं, नट कसदे नहीं। इस करके वो कहते चंगे मकैनिक तो चैकअप करवाउणा चाहिए है, चंगी थां तो टायर बदलवाने चाहिए ने, ताकि तुसीं अपनी भी सुरक्षा नूं यकीनी बनाओ अते रोड ते जाण वाले होर लोकां दी सुरक्षा नूं भी यकीनी बना सको। कई बार देखा कि इन्हां दिनां दे विच जदों टायर बदली कीते जांदे ने, अचानक नट ढिल्ले हो जांदे ने ते जिहड़े फिर हादसिਆਂ ਦਾ ਕਾਰਨ ਬਣਦੇ ਨੇ। पर चंगा होया हादसा टल गया। अगली खबर पंजाब के पुलिस मुखी दिनकर गुप्ता नूं लैके है। दिनकर गुप्ता नूं लैके पंजाब अते हरियाणा हाई कोर्ट ने एक वड्डा फैसला सुनाया है। असल दे विच दिनकर गुप्ता अते पंजाब सरकार अते नाल UPSC के हक विच एक कह दी एक वड्डा फैसला, तो शायद कोई अतकथनी नहीं। मानयोग अदालत ने दिनकर गुप्ता की जिहड़ी DGP वजों नियुक्ति हुई सी उन्होंने जायज़ ठहरा दिता है। इस वास्ते वो हुण DGP के अहुदे ते बने रहणगे। जदों इहदे संबंध दे विच गलबात कीती पंजाब के एडवोकेट जनरल अतुल नंदा ने, वो कहिंदे इस संबंध दे विच पंजाब सरकार, UPSC अते दिनकर गुप्ता वल्लों अदालत विच 6 पटीशनां पाईआं गईआं सी, जिहड़ियां अदालत ने प्रवान कर लईआं ने। पंजाब ते हरियाणा हाई कोर्ट के जज जसवंत सिंह ਅਤੇ संत प्रकाश के आधार पर एक बेंच ने इस मामले दे विच एक वड्डा फैसला सुनाया, जिस नाल दिनकर गुप्ता नूं भी, जिस नाल पंजाब सरकार नूं भी राहत मिली है।
शायद तुहानूं भी याद होवे ਜਦੋਂ ਦਿਨਕਰ ਗੁਪਤਾ ਦੀ ਪੰਜਾਬ ਪੁਲਿਸ ਦੇ ਮੁਖੀ ਵਜੋਂ ਨਿਯੁਕਤੀ ਹੋਈ ਸੀ ਤਾਂ ਉਹਨਾਂ ਨੂੰ ਚੁਣੌਤੀ ਦੇ ਦਿੱਤੀ ਗਈ ਸੀ। ਚੁਣੌਤੀ ਪੰਜਾਬ ਦੇ ਦੋ ਹੋਰ ਡੀਜੀਪੀ ਪੱਧਰ ਦੇ ਅਧਿਕਾਰੀ ਸੀ ਜਿਹੜੇ ਕਹਿੰਦੇ ਸੀ ਕਿ ਇਸ ਅਹੁਦੇ ਤੇ ਸਾਡਾ ਹੱਕ ਬਣਦਾ ਵੀ ਸੀ। ਉਹ ਸਨ ਮੁਹੰਮਦ ਮੁਸਤਫਾ ਅਤੇ ਸਿਧਾਰਥ ਚਟੋਪਧਿਆਏ। ਉਹਨਾਂ ਨੇ ਸੈਂਟਰਲ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਭਾਵ ਕੈਟ ਕੋਲ ਪਹੁੰਚ ਕੀਤੀ ਸੀ, ਜਿੱਥੇ ਉਹਨਾਂ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਰੱਦ ਕਰਨ ਦੇ ਵਾਸਤੇ ਹਦਾਇਤ ਤੇ ਅਪੀਲ ਕੀਤੀ ਸੀ ਤੇ ਉਹਨਾਂ ਨੇ ਨਿਯੁਕਤੀ ਰੱਦ ਵੀ ਕਰ ਦਿੱਤੀ ਸੀ। ਪਰ ਪੰਜਾਬ ਸਰਕਾਰ ਤੇ UPSC ਅਤੇ ਦਿਨਕਰ ਗੁਪਤਾ ਕੈਟ ਦੇ ਉਸ ਫੈਸਲੇ ਤੇ ਜਿਸ ਦੇ ਵਿੱਚ ਦਿਨਕਰ ਗੁਪਤਾ ਦੀ DGP ਵਜੋਂ ਨਿਯੁਕਤੀ ਰੱਦ ਹੋਈ ਸੀ, ਉਹਨਾਂ ਨੇ ਪਟੀਸ਼ਨ ਅਦਾਲਤ ਵਿੱਚ ਪਾ ਦਿੱਤੀ ਸੀ ਤੇ ਇਸੇ ਪਟੀਸ਼ਨ ਦੇ ਉੱਤੇ ਫੈਸਲਾ ਸੁਣਾਇਆ ਤੇ ਅਤੁਲ ਨੰਦਾ ਨੇ ਇਹ ਵੀ ਦੱਸਿਆ ਕਿ ਫੈਸਲਾ ਇਸ ਵੇਲੇ ਦਿਨਕਰ ਗੁਪਤਾ ਨੂੰ DGP ਬਣਾਏ ਰੱਖਣ ਦੇ ਹੱਕ ਵਿੱਚ ਆਇਆ ਹੈ ਅਤੇ ਉਹਨਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੇ ਅਧਿਕਾਰੀਆਂ ਉੱਤੇ ਹੁਣ ਇਸ ਫੈਸਲੇ ਦਾ ਇੱਕ ਅੰਤਮ ਹੋਏਗਾ ਕਿ ਇਹ ਜਾਂ ਤਾਂ ਉਹ ਇਹ ਫੈਸਲਾ ਮੰਨ ਲੈਣ ਜਿਹੜਾ ਮਾਨਯੋਗ ਅਦਾਲਤ ਨੇ ਸੁਣਾ ਦਿੱਤਾ, ਜਾਂ ਫਿਰ ਉਹਨਾਂ ਕੋਲੇ ਹਾਲੇ ਹੱਕ ਹੈ ਕਿ ਇਸ ਫੈਸਲੇ ਦੇ ਖਿਲਾਫ ਉਹ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵੱਲ ਰੁਖ ਕਰ ਸਕਦੇ ਆ। ਅਸਲ ਦੇ ਵਿੱਚ ਜਦੋਂ DGP ਦਿਨਕਰ ਗੁਪਤਾ ਦੀ ਨਿਯੁਕਤੀ ਹੋਈ ਸੀ, ਉਹਦੇ ਤੋਂ ਬਾਅਦ ਮੁਹੰਮਦ ਮੁਸਤਫਾ ਅਤੇ ਚਟੋਪਧਿਆਏ ਇਸ ਮਾਮਲੇ ਨੂੰ ਅਦਾਲਤ ਵਿੱਚ ਇਸ ਕਰਕੇ ਲੈ ਕੇ ਗਏ ਸੀ ਕਿਉਂਕਿ ਦਿਨਕਰ ਗੁਪਤਾ 1987 ਬੈਚ ਦੇ IPS ਨੇ, ਚਟੋਪਧਿਆਏ 1986 ਬੈਚ ਦੇ IPS ਨੇ, ਜਦੋਂ ਕਿ ਮੁਹੰਮਦ ਮੁਸਤਫਾ ਇਹਨਾਂ ਦੋਵਾਂ ਨਾਲੋਂ ਵੀ ਸੀਨੀਅਰ ਨੇ। ਉਹ 1985 ਬੈਚ ਦੇ IPS ਅਧਿਕਾਰੀ ਨੇ। ਉਹ ਕਹਿੰਦੇ ਸੀਨੀਅਰ ਬੰਦੇ ਨੂੰ DGP ਲਾਇਆ ਜਾਣਾ ਚਾਹੀਦਾ ਸੀ। ਮੁਸਤਫਾ ਕਹਿੰਦੇ ਮੈਂ 1985 ਦਾ, ਚਟੋਪਧਿਆਏ ਕਹਿੰਦੇ ਮੈਂ 1986 ਦਾ, ਫਿਰ ਦਿਨਕਰ ਗੁਪਤਾ 1987 ਦੇ ਨੇ। ਇਹਨਾਂ ਨੂੰ DGP ਪੰਜਾਬ ਕਿਉਂ ਲਾਇਆ ਗਿਆ? ਹੁਣ ਹੋ ਸਕਦਾ ਹੈ ਕਿ ਚਟੋਪਧਿਆਏ ਅਤੇ ਮੁਹੰਮਦ ਮੁਸਤਫਾ ਇਸ ਮਾਨਯੋਗ ਅਦਾਲਤ ਦੇ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇਣ ਅਤੇ ਇਹਦੇ ਤੋਂ ਬਾਅਦੋਂ ਕੇਸ ਸਮਾਬੱਧ ਤਰੀਕੇ ਨਾਲ ਹੋ ਸਕਦਾ ਨਿਪਟਾਉਣ ਦੇ ਹੁਕਮ ਦਿੱਤੇ ਹੋਏ ਸੀ ਤੇ ਹੋ ਸਕਦਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਵੀ ਇਸੇ ਤਰ੍ਹਾਂ ਇਸ ਕੇਸ ਨੂੰ ਲਿਜਾਇਆ ਜਾ ਸਕੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਕੁ ਜਾਣਕਾਰੀਆਂ, ਕੁਝ ਕੁ ਖਬਰਾਂ। ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਚੰਗੀਆਂ ਲੱਗੀਆਂ ਨੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਇਹਦੇ ਨਾਲ ਨਾਲ ਜੇਕਰ ਹਲੇ ਤੱਕ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਅਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।